ਕਿਸੇ ਕਰਮ ਕਿੱਤੇ ਦੀ ਤੋਰ ਨੀ ਤੁਰਦੀ, ਜਦ ਤੱਕ ਹੋਵੇ ਹਰਕਤ ਅੱਧ ਅਧੂਰੀ। ਕਿਸੇ ਮੰਜ਼ਿਲ ਨੂੰ ਸਰਜੇ ਕਰਨਾ, ਉਸ ਲਈ ਚੇਸ਼ਟਾ ਬੜੀ ਜ਼ਰੂਰੀ। ਚੇਸ਼ਟਾ ਵੀ ਫਿਰ ਉਹੀਓ ਉੱਤਮ, ਜੋ ਸਾਹਿਬ ਦੇ ਰੰਗ ਸਰੂਰੀ। ਬਿਨ ਉਦਮ ਬਿਨ ਜਤਨ ਦੇ, ਮਨਸੂਰ ਕਦੇ ਨਹੀਂ ਪੈਂਦੀ ਪੂਰੀ। ਜੇ ਪੂਰੀ ਪਾਉਣੀ ਪੈ ਸਾਹਿਬ ਦੇ ਖਾਤੇ, ਤੇ ਪਰ ਦਮਦਮ ਨਾਲ ਹਜ਼ੂਰੀ, ਪਰ ਦਮਦਮ ਨਾਲ ਹਜ਼ੂਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ, ਉਹ ਹੈ ਚੇਸ਼ਟਾ। ਜਦੋਂ ਇਨਸਾਨ ਕਿਸੇ ਇੱਛਾ ਚਾਹਤ ਨੂੰ ਪੂਰਾ ਕਰਨ ਲਈ ਗੂੜ ਸੰਕਲਪ ਦੀ ਨੀਤੀ ਤਹਿਤ ਆਪਣੇ ਵੱਲੋਂ ਕਈ ਉਪਰਾਲੇ ਤੇ ਯਤਨ ਕਰਨ ਦਾ ਉਦਮ ਕਰਦਾ ਹੈ, ਤਾਂ ਇਹਨਾਂ ਉਪਰਾਲਿਆਂ ਤੇ ਯਤਨਾਂ ਸਹਿਤ ਜਦੋਂ ਇਹ ਇੱਛਾ ਇਸ ਦੀ ਮਨ ਦੀ ਸਤ੍ਹਾ ਤੇ ਗੂੜੀ ਹੋ ਜਾਂਦੀ ਹੈ, ਤੇ ਇਹ ਇਸ ਦੀ ਚੇਸ਼ਟਾ ਕਹਿਲਾਉਂਦੀ ਹੈ। ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਜਾਂ ਮਕਸਦ ਵਿੱਚ ਕਾਮਯਾਬ ਹੋਣ ਲਈ ਚੇਸ਼ਟਾ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਮੰਜ਼ਿਲ ਪ੍ਰਾਪਤੀ ਸਾਡੀ ਚੇਸ਼ਟਾ ਨਾ ਬਣੇ ਤੇ ਸਫਲ ਹੋਣਾ ਨਾਮੁਮਕਿਨ ਤੇ ਅਸੰਭਵ ਜਾਪਦਾ ਹੈ। ਬਾਹਰੀ ਤਲ ਤੇ ਜਾਨੀ ਦੁਨਿਆਵੀ ਤਲ ਤੇ ਜਦੋਂ ਅਸੀਂ ਕਿਸੇ ਇੱਛਾ ਨੂੰ ਚਿਤਵਦੇ ਰਹਿੰਦੇ ਹਾਂ, ਤਾਂ ਉਸ ਪ੍ਰਬਲ ਇੱਛਾ ਨੂੰ ਪੂਰਾ ਕਰਨ ਲਈ ਨਿੱਤਾ ਪ੍ਰਤੀ ਸੋਚ ਕਰਮ ਦੁਆਰਾ ਕੁਝ ਨਾ ਕੁਝ ਉਦਮ ਉਪਰਾਲਾ ਹੀਲਾ ਵਸੀਲਾ ਕਰਦੇ ਹਾਂ, ਤੇ ਇਹ ਸਾਡੇ ਮਨ ਦੀ ਚੇਸ਼ਟਾ ਬਣ ਕੇ ਸਾਨੂੰ ਕਾਮਯਾਬ ਕਰਾਉਣ ਵਿੱਚ ਸਹਾਇਕ ਹੁੰਦੀ ਹੈ। ਜਿਵੇਂ ਕੋਈ ਕਾਰੋਬਾਰ ਖੋਲ੍ਹਣ ਦੀ ਚਲਾਉਣ ਦੀ ਚੇਸ਼ਟਾ ਹੀ ਉਤਪੰਨ ਹੋਵੇ, ਜਾਂ ਵਿਦਿਆਰਥੀ ਨੂੰ ਕਰੀਅਰ ਬਣਾਉਣ ਵਿੱਚ ਸਫਲਤਾ ਹਾਸਲ ਕਰਨੀ ਹੋਵੇ, ਤੇ ਜਦੋਂ ਇਹ ਚੇਸ਼ਟਾ ਬਣ ਜਾਏ ਤੇ ਇਸ ਦੇ ਨਤੀਜੇ ਵੀ ਕਾਰਗਰ ਹੀ ਸਾਬਤ ਹੁੰਦੇ ਨੇ। ਇਨਸਾਨ ਦੀ ਇੱਛਾ ਚਾਹਤ ਸ਼ਕਤੀ ਹਮੇਸ਼ਾ ਹੀ ਉਸ ਕੋਲੋਂ ਯਤਨ ਉਪਰਾਲਾ ਜ਼ਰੂਰ ਕਰਾਉਂਦੀ ਹੈ। ਜਿਵੇਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਨੂੰ ਹੀ ਲੈ ਲਈਏ, ਜੇਕਰ ਸਾਡੇ ਅੰਦਰ ਖਾਣ ਪੀਣ ਦੀ ਚਾਹਤ ਉੱਠਦੀ ਹੈ ਤੇ ਨਾਲ ਹੀ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਚੇਸ਼ਟਾ ਵੀ ਬਣਦੀ ਹੈ। ਅਸੀਂ ਯਤਨ ਕਰਦੇ ਹਾਂ ਕੁਝ ਨਾ ਕੁਝ ਬਣਾਉਣ ਦਾ, ਪਕਾਉਣ ਦਾ, ਤੇ ਇਸੇ ਉਦਮ ਸਦਕਾ ਸਰੀਰ ਦੀ ਖਾਣ ਪੀਣ ਦੀ ਚਾਹਤ ਨੂੰ ਪੂਰਾ ਕਰਦੇ ਹਾਂ। ਹਰ ਕੰਮ ਕਰਨ ਦੀ ਇੱਛਾ ਦੇ ਨਾਲ ਜਦੋਂ ਯਤਨ ਵੀ ਕਰੀਦਾ ਹੈ, ਤੇ ਇਹ ਚੇਸ਼ਟਾ ਦਾ ਰੂਪ ਲੈ ਲੈਂਦਾ ਹੈ। ਚੇਸ਼ਟਾ ਦੇ ਤਲ ਤੇ ਹੀ ਇਨਸਾਨ ਨਵੇਂ-ਨਵੇਂ ਉਪਰਾਲੇ ਉਦਮ ਹਿੰਮਤ ਕਰਕੇ ਕੀਤੀ ਹੋਈ ਮੰਜ਼ਿਲ ਨੂੰ ਸਰ ਕਰਨ ਦੇ ਸਮਰੱਥ ਹੁੰਦਾ ਹੈ। ਜੇਕਰ ਇਹ ਚੇਸ਼ਟਾ ਸ਼ਕਤੀ ਇਨਸਾਨ ਦੇ ਅੰਦਰ ਨਾ ਜਾਗੇ, ਤੇ ਉਹ ਕਦੇ ਕਿਸੇ ਖੇਤਰ ਵਿੱਚ ਤਰੱਕੀ ਨਹੀਂ ਕਰ ਸਕਦਾ। ਦਲਿੱਦਰ ਭਰਿਆ ਆਲਸੀ ਜੀਵਨ ਉੱਥੇ ਹੁੰਦਾ ਹੈ ਜਿੱਥੇ ਕਿਸੇ ਸੋਚ ਦਿਲ ਦਿਮਾਗ ਵਿੱਚ ਕੁਝ ਕਰਨ ਦੀ ਚੇਸ਼ਟਾ ਨਹੀਂ ਪਨਪਦੀ। ਵੱਡੀਆਂ ਖੋਜਾਂ, ਅਦਭੁਤ ਤੇ ਬੇਮਿਸਾਲ ਕਾਰਗੁਜ਼ਾਰੀ ਇਨਸਾਨ ਦੇ ਅੰਦਰ ਉਤਪੰਨ ਹੋਈ ਚੇਸ਼ਟਾ ਦਾ ਹੀ ਨਤੀਜਾ ਹੈ। ਇੱਕ ਵਾਰੀ ਦਿਲ ਦਿਮਾਗ ਵਿੱਚ ਕੋਈ ਮਕਸਦ ਭਰ ਦਿੱਤਾ ਜਾਵੇ, ਤੇ ਫਿਰ ਚੇਸ਼ਟਾ ਹੀ ਇੱਕ ਅਜਿਹੀ ਤਾਕਤ ਬਣ ਜਾਂਦੀ ਹੈ ਕਿ ਜੀਵ ਨੂੰ ਮਕਸਦ ਤੋਂ ਪਰੇ ਨਹੀਂ ਹਿੱਲਣ ਦਿੰਦੀ। ਦੁਨਿਆਵੀ ਤਲ ਤੇ ਅਸੀਂ ਆਪ ਦੀ ਮੰਜ਼ਿਲ ਮਕਸਦ ਤੈਅ ਕਰ ਲੈਂਦੇ ਹਾਂ, ਪਹਿਲਾਂ ਆਪ ਦੇ ਸੁਨਹਿਰੇ ਭਵਿੱਖ ਲਈ ਤੇ ਫਿਰ ਆਪ ਦੀ ਔਲਾਦ ਦੇ ਭਵਿੱਖ ਲਈ, ਤੇ ਇਸੇ ਮਕਸਦ ਤਹਿਤ ਅਸੀਂ ਗੂੜ ਸੰਕਲਪ ਲੈ ਕੇ ਉਸ ਨੂੰ ਪੂਰਾ ਕਰਦੇ ਹਾਂ। ਤੇ ਜਦ ਇਹ ਗੂੜ ਸੰਕਲਪ ਵਾਰ-ਵਾਰ ਸਾਨੂੰ ਸਾਡੇ ਭਵਿੱਖ ਨੂੰ ਸੁਰੱਖਿਅਤ ਦਿਖਾ ਕੇ ਸਾਡੇ ਅੰਦਰ ਚੇਸ਼ਟਾ ਨੂੰ ਵਧਾਉਂਦਾ ਹੈ, ਯਾਨੀ ਯਤਨਾਂ ਸਹਿਤ ਉਦਮ ਉਪਰਾਲੇ ਨੂੰ ਵਧਾਉਂਦਾ ਹੈ, ਤੇ ਅਸੀਂ ਕਾਮਯਾਬੀ ਹਾਸਲ ਕਰ ਲੈਂਦੇ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿੰਨੇ ਵੀ ਉਪਰਾਲੇ ਉਦਮ ਅਸੀਂ ਆਪ ਦੀ ਇੱਛਾ ਸ਼ਕਤੀ ਤਹਿਤ ਕੀਤੇ, ਯਾਨੀ ਸਾਡੀ ਚੇਸ਼ਟਾ ਬਣੇ ਕਿ ਉਹ ਸਦੀਵੀ ਸਾਡੇ ਨਾਲ ਨਿਭਣੇ ਨੇ। ਜੋ ਵੀ ਅਸੀਂ ਮਨ ਦੀ ਚੇਸ਼ਟਾ ਬਣਾ ਕੇ ਵਧਾਇਆ, ਕਮਾਇਆ, ਬਣਾਇਆ, ਕਿ ਉਹ ਇਸ ਸੰਸਾਰੀ ਜੀਵਨ ਨੂੰ ਛੱਡਣ ਤੋਂ ਬਾਅਦ ਸਾਡੇ ਨਾਲ ਜਾਣਾ ਹੈ। ਕਿੰਨੀ ਸ਼ਕਤੀ ਸਰਮਾਇਆ ਲਾ ਕੇ ਅਸੀਂ ਚੇਸ਼ਟਾ ਕੀਤੀ, ਪਰ ਅਫਸੋਸ ਹੈ ਕਿ ਇਸ ਸਭ ਦੀ ਜਿਸ ਦੀ ਅਸੀਂ ਚੇਸ਼ਟਾ ਕੀਤੀ ਹੈ, ਇਹ ਸਭ ਤੇ ਇਹਨਾਂ ਪ੍ਰਤੀ ਕੀਤੀ ਚੇਸ਼ਟਾ ਵੀ ਸੰਸਾਰੀ ਪੰਧ ਖਤਮ ਹੁੰਦਿਆਂ ਨਾਲ ਹੀ ਮੁੱਕ ਜਾਂਦੀ ਹੈ। ਫਿਰ ਕਿਉਂ ਨਾ ਅਸੀਂ ਕੋਈ ਅਜਿਹੀ ਚੇਸ਼ਟਾ ਅੰਦਰ ਉਜਾਗਰ ਕਰੀਏ ਜਿਸ ਦੇ ਤਹਿਤ ਸਾਡੇ ਅੰਦਰੋਂ ਇਹੋ ਜਿਹੇ ਉਦਮ ਯਤਨ ਉਪਰਾਲੇ ਉੱਠਣ ਜੋ ਸਾਡੇ ਸੰਸਾਰੀ ਜੀਵਨ ਤੋਂ ਬਾਅਦ ਵਾਲੇ ਸਫ਼ਰ ਤੇ ਵੀ ਸਾਡੇ ਕੰਮ ਆਉਣ। ਕਿਉਂ ਨਾ ਅਸੀਂ ਇਸ ਸੰਸਾਰੀ ਜੀਵਨ ਨੂੰ ਜਿਉਂਦਿਆਂ ਕੋਈ ਅਜਿਹੀ ਚੇਸ਼ਟਾ ਆਪਣੇ ਅੰਦਰ ਬਣਾ ਲਈਏ ਜੋ ਸਾਨੂੰ ਸਾਡੇ ਅਗਲੇ ਪੜਾਅ ਯਾਨੀ ਪ੍ਰਮਾਤਮਾ ਦੇ ਘਰ ਦੇ ਨਜ਼ਦੀਕ ਲੈ ਜਾਏ। ਤੇ ਅਜਿਹੀ ਚੇਸ਼ਟਾ ਹੈ ਜੀ ਨਾਮ ਸਿਮਰਨ, ਭਗਤੀ, ਬੰਦਗੀ ਦੀ। ਇੱਕ ਗੂੜਾ ਸੰਕਲਪ ਲਈਏ ਕਿ ਆਪ ਦੇ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਸਤ ਪਦਮ ਪਿਤਾ ਜੀ ਨਾਲ ਸਾਡਾ ਸੁਮੇਲ ਜਿਉਂਦੇ ਜੀ ਹੋਵੇ। ਅਸੀਂ ਜਿਉਂਦੇ ਜੀ ਆਪ ਦਾ ਮੂਲ ਪਹਿਚਾਣ ਲਈਏ, ਜਿਸ ਵਿੱਚ ਅਸੀਂ ਵਾਪਸ ਜਾ ਸਮਾਉਣਾ ਹੈ, ਤੇ ਇਸ ਗੂੜ ਸੰਕਲਪ ਨੂੰ ਨਿੱਤਾ ਪ੍ਰਤੀ ਇੰਨਾ ਦ੍ਰਿੜ ਕਰੀਏ ਕਿ ਸਾਡੀ ਚੇਸ਼ਟਾ ਬਣ ਜਾਏ ਉਸ ਨੂੰ ਯਾਦ ਕਰਨ ਦੀ, ਧਿਆਨ ਦੀਆਂ ਗਹਿਰਾਈਆਂ ਵਿੱਚ ਜਾਣ ਦੀ। ਜਦੋਂ ਅਸੀਂ ਸੰਕਲਪ ਤਹਿਤ ਉੱਠਾਂਗੇ, ਫਿਰ ਇੱਛਾ ਸ਼ਕਤੀ ਮਾਲਕ ਪਿਆਰੇ ਨੂੰ ਮਿਲਣ ਲਈ ਜਾਗੇਗੀ, ਜਿਸ ਦੇ ਤਹਿਤ ਅੰਦਰੋਂ ਉਦਮ ਉਪਰਾਲੇ ਖੁਦ ਬਖੁਦ ਉੱਠਣਗੇ।
ਜਦੋਂ ਸਾਡੀ ਜੀਵਾਂ ਦੀ ਚੇਸ਼ਟਾ ਹੋਣ ਲੱਗੀ ਕਿ ਅਸੀਂ ਆਪ ਦੇ ਮੂਲ ਪਿਤਾ ਪਰਮਾਤਮਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨੂੰ ਮਿਲਣਾ ਜਾਣਨਾ ਹੈ, ਤੇ ਸਾਡੀ ਊਰਜਾ ਦਾ ਤਲ ਉਸ ਪਿਤਾ ਦੇ ਪ੍ਰੇਮ ਵਿੱਚ ਖੁਦ ਬਖੁਦ ਸਾਫ਼ ਹੋਣ ਲੱਗੇਗਾ, ਜਿਸ ਨਾਲ ਸਾਡੀ ਸੋਚ ਦੀ ਨੁਹਾਰ ਬਦਲ ਸਾਰਾ ਆਭਾ ਪੋਜ਼ਿਟਿਵ ਕਰ ਸਾਨੂੰ ਇਸ ਅਤੇ ਉਸ ਜਹਾਨ ਦੀਆਂ ਖੁਸ਼ੀਆਂ ਦਾ ਪਾਤਰ ਬਣਾ ਦੇਵੇਗੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।